अगली गल धर्म और राजनीति। छेवें पातशाह ने गुरु नानक साहब के उस बख्शे हुए संकल्प को, जिसको असी मीरी और पीरी आखते, अक्सर असी कह दें छेवें पातशाह ने मीरी और पीरी के संकल्प को पैदा किया, नहीं, इस संकल्प को, इस विचारधारा को डिफाइन किया है गुरु नानक साहब ने, ते संसार दे विच अकाल तख्त साहब के रूप में प्रगट किया है गुरु हरगोबिंद साहब महाराज ने। मीरी और पीरी शब्द वख-वख हिंदुस्तान के ਜਾਂ ਏਸ਼ੀਆ ਦੇ ਖਿੱਤੇ ਦੇ ਵਿੱਚ ਰਚੇ ਹੋਏ ਸਾਮੀ ਭਾਸ਼ਾ ਦੇ ਸਰੋਤਾਂ 'ਚ, ਪਰਸ਼ੀਅਨ ਲੈਂਗੁਏਜ ਦੇ ਵਿੱਚ, ਉਹਨਾਂ ਦੀ ਪੋਇਟਰੀ ਦੇ ਵਿੱਚ ਤਕਰੀਬਨ 710 ਤੋਂ ਸਾਨੂੰ ਮੀਰੀ ਔਰ ਪੀਰੀ ਸ਼ਬਦ ਵੱਖ-ਵੱਖ ਰੂਪਾਂ ਦੇ ਵਿੱਚ ਮਿਲ ਜਾਂਦਾ ਹੈ। ਜਿਸ ਦੇ ਕੋਲ ਰੂਹਾਨੀਅਤ ਦਾ ਉੱਚ ਦਰਜਾ ਹੈ ਉਹ ਪੀਰ ਹੈ, ਜਿਸ ਦੇ ਕੋਲ ਸੰਸਾਰ ਦੀ ਸਟੇਟ ਦੀ ਤਾਕਤ ਹੈ ਉਹ ਮੀਰ ਹੈ। ਪਰ ਇਹਦੇ ਵਿੱਚ ਤਵਾਜ਼ਨ ਕਿਵੇਂ ਦਾ ਹੋਵੇ? ਜੇ ਇਹ ਤਾਕਤਾਂ ਆਪਸ ਦੇ ਵਿੱਚ ਵਿਰੋਧੀ ਭਾਵ ਰੱਖਦੀਆਂ ਨੇ ਤੇ ਲੋਕਾਂ ਦਾ ਨੁਕਸਾਨ ਕੀ ਹੁੰਦਾ ਹੈ ਕਿ ਜੇਕਰ ਪੀਰ ਦੇ ਕੋਲ ਮੀਰੀ ਨਹੀਂ ਹੈ ਤੇ ਉਹ ਕਾਇਰ ਬਣ ਜਾਂਦਾ ਹੈ, ਤੇ ਜੇਕਰ ਮੀਰ ਦੇ ਕੋਲ ਪੀਰੀ ਨਹੀਂ ਹੈ ਉਹ ਜ਼ਾਲਮ ਬਣ ਜਾਂਦਾ ਹੈ। ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਨੇ ਬਹੁਤ ਵਧੀਆ ਤਰੀਕੇ 'ਚ ਡਿਫਾਈਨ ਕੀਤਾ ਹੈ, ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ। ਹੁਣ ਇੱਥੇ ਤੁਸੀਂ ਵੇਖ ਲਓ ਕਿ ਮੀਰੀ ਔਰ ਪੀਰੀ ਦੇ ਵਿੱਚ ਤਵਾਜ਼ਨ ਨਹੀਂ ਹੈ। ਜਿਨ੍ਹਾਂ ਦੇ ਕੋਲ ਕੇਵਲ ਮੀਰੀ ਹੈ ਉਹ ਹਿੰਦੁਸਤਾਨ ਦੇ ਲੋਕਾਂ ਤੇ ਜ਼ੁਲਮ ਕਰਦੇ ਨੇ। ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ ਮੁਸ਼ ਕੋਇਰ ਰੁਲਾਇਆ। ਤੇ ਜਿਨ੍ਹਾਂ ਦੇ ਕੋਲ ਕੇਵਲ ਪੀਰੀ ਸੀ, ਕਹਿੰਦੇ ਸੀ ਧਾਰਮਿਕ ਸ਼ਕਤੀਆਂ ਨੇ, ਉਹ ਹਵਨ ਦੇ ਵਿੱਚ, ਜੱਗ ਦੇ ਵਿੱਚ, ਜੰਤਰਾਂ ਮੰਤਰਾਂ ਦੇ ਵਿੱਚ ਵਿਸ਼ਵਾਸ ਕਰਕੇ ਗੁਲਾਮ ਹੋ ਜਾਂਦੇ ਨੇ। ਭਾਵ ਇਹ ਕਿ ਜਿਹਦੇ ਕੋਲ ਰਾਜਸੀ ਸੱਤਾ ਹੈ ਪਰ ਧਰਮ ਦਾ ਕੁੰਡਾ ਨਹੀਂ ਹੈ ਉਹ ਜ਼ੁਲਮੀ ਬਣ ਜਾਂਦਾ ਹੈ, ਜਿਹਦੇ ਕੋਲ ਧਰਮ ਹੈ ਪਰ ਰਾਜਸੀ ਤਾਕਤ ਨਹੀਂ ਹੈ ਉਹ ਕਾਇਰ ਬਣ ਜਾਂਦਾ ਹੈ। ਸੋ ਮੀਰੀ ਤੇ ਪੀਰੀ ਦੇ ਸੰਕਲਪ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਤੇ ਉਸ ਨੂੰ ਅਕਾਲ ਤਖਤ ਸਾਹਿਬ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਜਿਸ ਦਾ ਉਸ ਵੇਲੇ ਨਾਮ ਅਕਾਲ ਗੰਗਾ ਸੀ। ਹੁਣ ਇਹ ਜਿਹੜੀ ਜੰਗ ਦਾ ਮਰਕਜ਼ ਹੈ, ਸਾਡੀ ਮਾਨਸਿਕਤਾ ਦੇ ਵਿੱਚ ਬਿਲਕੁਲ ਗਲਤ ਤਰੀਕੇ ਦੇ ਨਾਲ ਇੱਕ ਤਸੱਵਰ ਨੂੰ ਪੈਦਾ ਕੀਤਾ ਜਾਂਦਾ ਹੈ ਕਿ ਦਰਬਾਰ ਸਾਹਿਬ, ਬਿਲਕੁਲ ਨਹੀਂ, ਨਾ ਦਰਬਾਰ ਸਾਹਿਬ ਦੀ ਇਮਾਰਤ ਦੀ ਕਿਲੇਬੰਦੀ ਸੀ, ਨਾ ਦਰਬਾਰ ਸਾਹਿਬ ਦੇ ਅੰਦਰ ਕੋਈ ਲੜਨ ਵਾਲਾ ਜੁਝਾਰੂ ਸੂਰਮਾ ਸੀ। ਇਹ ਜਿਹੜੀ ਵੀ ਇਸ ਜੰਗ ਦਾ ਮਰਕਜ਼ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ। ਤੇ ਅਕਾਲ ਤਖਤ ਸਾਹਿਬ ਜਿਹੜਾ ਤੁਸੀਂ ਰੋਜ਼ ਅਰਦਾਸ ਕਰਦੇ ਹੋ ਉਹ ਤਾਂ ਗੁਰਦੁਆਰਾ ਹੈ ਹੀ ਨਹੀਂ। ਜੇ ਅਕਾਲ ਤਖਤ ਸਾਹਿਬ ਕੇਵਲ ਤੇ ਕੇਵਲ ਗੁਰਦੁਆਰਾ ਹੋਵੇ ਤੇ ਤੁਹਾਨੂੰ ਅਰਦਾਸ ਦੇ ਵਿੱਚ ਡਿਫਾਈਨ ਕਰਕੇ ਨਾ ਕਹਿਣਾ ਪਵੇ ਕਿ 5 ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਇਹਦਾ ਮਤਲਬ ਤਖਤ ਤੇ ਗੁਰਦੁਆਰੇ ਦੇ ਵਿੱਚ ਅੰਤਰ ਹੈ। ਤਖਤ ਸਾਡੀ ਰਾਜਸੀ ਸ਼ਕਤੀ ਦਾ ਪ੍ਰਤੀਕ ਹੈ, ਤਖਤ ਸਾਡੀ ਚੇਤਨਤਾ ਦਾ ਪ੍ਰਤੀਕ ਹੈ। ਤੇ ਕਿਸੇ ਵੀ ਜ਼ੁਲਮੀ ਤਖਤ ਨੂੰ ਵੰਗਾਰਨ ਦੇ ਵਾਸਤੇ ਜੇ ਕਿਤੇ ਕੌਮ ਦੀ ਸਮੂਹਿਕ ਆਵਾਜ਼ ਉੱਠਦੀ ਹੈ ਤਾਂ ਉਹ ਤਖਤ ਤੋਂ ਹੀ ਉਠਾਈ ਜਾ ਸਕਦੀ ਹੈ, ਕਿਉਂਕਿ ਉਹ ਸਾਡੀ ਰਾਜਸੀ ਔਰ ਧਾਰਮਿਕ ਸੱਤਾ ਦਾ ਪ੍ਰਤੀਕ ਹੈ, ਜਿੱਥੇ ਸਾਡੀ ਰਾਜਸੀ ਚੇਤਨਤਾ ਦਾ ਪ੍ਰਵਾਹ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਕੇਵਲ ਤੇ ਕੇਵਲ ਸਾਨੂੰ ਮਾਲਾ ਫੜ ਕੇ ਵਾਹਿਗੁਰੂ 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 ਕਰਨ ਵਾਲੇ ਨਹੀਂ ਬਣਾਇਆ। ਜੇਕਰ ਇਹਦੇ ਨਾਲ ਹੀ ਧਰਮ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਪੂਰਤੀ ਹੁੰਦੀ ਤਾਂ ਸਿੱਧਾਂ ਦੇ ਕੋਲੇ ਗਿਆਨ ਬਹੁਤ ਸੀ। ਸਿੱਧ ਵੀ ਪਰਬਤਾਂ 'ਚ ਬੈਠੇ ਤਪ ਕਰਦੇ ਸੀ, ਸਿੱਧਾਂ ਨੇ ਵੀ ਇੱਕ ਆਪਣਾ ਸਮਾਜ ਸਿਰਜਿਆ ਹੋਇਆ ਸੀ। ਇਹ ਗੱਲ ਵੱਖਰੀ ਹੈ ਕਿ ਜਿਸ ਵਰਤਾਰੇ ਨੂੰ ਗੁਰੂ ਨਾਨਕ ਸਾਹਿਬ ਨੇ ਰੱਦ ਕਰ ਦਿੱਤਾ ਨਾ ਕਿ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਉਹ ਵਰਤਾਰਾ ਫਿਰ ਸਿੱਖਾਂ ਦੇ ਵਿੱਚ ਜਨਮ ਲੈ ਰਿਹਾ ਹੈ ਕਿ ਜਿਸ ਰੂਹਾਨੀ ਆਲਮ ਨੇ ਕੌਮ ਨੂੰ ਸੇਧ ਦੇਣੀ ਹੁੰਦੀ ਹੈ ਉਹ ਆਪਣਾ ਸਮਾਜ ਸਿਰਜ ਕੇ ਬੈਠ ਜਾਂਦਾ। ਅੱਜ ਪੰਜਾਬ ਦੇ ਵਿੱਚ ਹੀ ਤਾਂ ਸੰਤ ਸਮਾਜ ਹੈ, ਇਹ ਵੀ ਤਾਂ ਸਿੱਧਾਂ ਵਾਲਾ ਵਰਤਾਰਾ ਹੈ ਨਾ, ਕਿ ਜਿਸ ਨੇ ਸਮਾਜ ਨੂੰ ਨੈਤਿਕ ਕਦਰਾਂ ਕੀਮਤਾਂ ਦੀ, ਰੂਹਾਨੀਅਤ ਦੀ, ਰਾਜਨੀਤੀ ਦੀ, ਕੌਮੀ ਵਿਚਾਰਧਾਰਾ ਦੀ ਸੇਧ ਦੇਣੀ ਹੈ, ਉਹ ਇੱਕ ਆਪਣਾ ਸਮਾਜ ਸਿਰਜ ਕੇ ਬੈਠਾ ਹੈ ਕਿ ਨਹੀਂ ਮੈਂ ਤਾਂ ਆਪਣੇ ਡੇਰੇ ਦੇ ਵਿੱਚ, ਮੈਂ ਤਾਂ ਆਪਣੇ ਭੋਰੇ ਦੇ ਵਿੱਚ ਆਨੰਦ ਚਿੱਤ ਹਾਂ। ਪੰਜਾਬ ਦੀਆਂ ਸਮੱਸਿਆਵਾਂ ਕੀ ਨੇ? ਨੌਜਵਾਨੀ ਨਸ਼ਿਆਂ 'ਚ ਗਲਤਾਨ ਹੋ ਜਾਵੇ, ਪੰਜਾਬ ਦਾ ਪਾਣੀ ਖਤਮ ਹੋ ਜਾਵੇ, ਗੰਧਲਾ ਹੋ ਜਾਵੇ, ਪ੍ਰਦੂਸ਼ਿਤ ਹੋ ਜਾਵੇ, ਉਹਨੂੰ ਉਹਨਾਂ ਸਮੱਸਿਆਵਾਂ ਦੀ ਕੋਈ ਚਿੰਤਾ ਨਹੀਂ। ਹੁਣ ਇਸ ਸਾਰੇ ਵਰਤਾਰੇ ਦੇ ਵਿੱਚ ਇੱਕ ਸ਼ਖਸੀਅਤ ਹੈ ਜਿਸ ਦੇ ਦੁਆਲੇ ਸਾਡੀ ਇਸ ਸਦੀ ਦੀ ਰਾਜਨੀਤੀ ਘੁੰਮਦੀ ਹੈ। ਉਹ ਸ਼ਖਸੀਅਤ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲ। ਇਤਿਹਾਸਕ ਦ੍ਰਿਸ਼ਟੀਕੋਣ ਦੇ ਵਿੱਚ ਜਦੋਂ ਅਸੀਂ ਇਸ ਸਾਰੇ ਵਰਤਾਰੇ ਦਾ ਅਧਿਐਨ ਕਰਦੇ ਹਾਂ, ਇਤਿਹਾਸ ਦੇ ਵਿੱਚ 2 ਸ਼ਖਸੀਅਤਾਂ ਤੁਹਾਡੇ ਸਾਹਮਣੇ ਨਜ਼ਰ ਆਉਣਗੀਆਂ
ਜਿਨ੍ਹਾਂ ਦਾ ਦ੍ਰਿਸ਼ਟਾਂਤ, ਬਿਰਤਾਂਤ ਔਰ ਦੁਖਾਂਤ ਆਪਸ ਦੇ ਵਿੱਚ ਬਹੁਤ ਹੀ ਮੇਲ ਖਾਂਦਾ ਹੈ। ਇੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਇੱਕ ਬਾਬਾ ਬੰਦਾ ਸਿੰਘ ਬਹਾਦਰ। ਹੁਣ ਇਹ ਸਾਰਾ ਦ੍ਰਿਸ਼ਟਾਂਤ, ਇਹ ਬਿਰਤਾਂਤ ਤੇ ਇਹ ਦੁਖਾਂਤ ਮੇਲ ਕਿਉਂ ਖਾਂਦਾ ਹੈ? ਇਹਦੇ ਵਾਸਤੇ ਇੱਕ ਐਂਥਰੋਪੋਲੋਜਿਸਟ ਨੇ, ਇਸ ਵੇਲੇ ਉਹ ਇੰਗਲੈਂਡ ਦੇ ਸਕਾਟਲੈਂਡ ਦੇ ਵਿੱਚ ਗਲਾਸਗੋ ਦੇ ਨੇੜੇ ਰਹਿੰਦੇ ਨੇ, ਜॉयस ਪੈਟੀਗਰੂ। ਉਹਨੇ ਪੰਜਾਬ ਦੀ ਸਾਰੀ ਸੰਘਰਸ਼ੀ ਲਹਿਰ ਦਾ ਅਧਿਐਨ ਕੀਤਾ ਹੈ ਤੇ ਅਧਿਐਨ ਕਰਨ ਤੋਂ ਬਾਅਦ ਸੰਤ ਜਰਨੈਲ ਸਿੰਘ ਦੇ ਬਾਰੇ ਉਹਨੇ ਕੁਝ ਸ਼ਬਦ ਕਹੇ ਨੇ। ਪਰ ਉਹਨਾਂ ਦੇ ਸ਼ਬਦਾਂ ਤੋਂ ਪਹਿਲਾਂ ਮੈਂ ਤੁਹਾਨੂੰ ਸਿੱਖ ਲੀਡਰਸ਼ਿਪ ਦੇ ਆਇਨ ਦੇ ਵਿੱਚ ਸੰਤ ਜਰਨੈਲ ਸਿੰਘ ਦਾ ਰੂਪ ਕੀ ਹੈ, ਉਹਨੂੰ ਸਿਰਜਣਾ ਬੜਾ ਜ਼ਰੂਰੀ ਹੈ। ਉਹਨੂੰ ਸਿਰਜਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ 1978 ਦੇ ਵਿੱਚ ਅਕਾਲੀ ਦਲ ਕੀ ਸੀ ਤੇ ਕੀ ਹੋਇਆ, ਉਹਦੇ ਬਾਰੇ ਵੀਰ ਜੀ ਨੇ ਆਪ ਜੀ ਦੇ ਨਾਲ ਭਲੀ ਭਾਂਤ ਸਾਂਝਾ ਕਰ ਦਿੱਤਾ। 1978 ਦੇ ਵਿੱਚ ਅਕਾਲੀ ਦਲ ਦੇ ਵੱਲੋਂ ਸਰਬ ਹਿੰਦ ਕਾਨਫਰੰਸ ਕੀਤੀ ਗਈ। ਸ਼ਾਇਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਉੱਥੇ ਮੌਜੂਦ ਸੀ। ਸਟੇਜ ਦੇ ਉੱਪਰ ਬੈਠਿਆਂ ਸਟੇਜ ਸੈਕਟਰੀ ਦੇ ਰਾਹੀਂ ਪਰਚੀ ਭੇਜ ਕੇ 2 ਮਿੰਟ ਦਾ ਵਕਤ ਮੰਗਿਆ ਗਿਆ ਤੇ ਉਸ ਵੇਲੇ ਅਕਾਲੀ ਲੀਡਰਸ਼ਿਪ ਦਾ ਜਿਹੜਾ ਪ੍ਰਤੀਕਰਮ ਸੀ ਟਾਈਮ ਮੰਗਣ ਦੇ ਉੱਪਰ ਕਿ ਇਸ ਅਨਪੜ੍ਹ ਸਾਧ ਨੇ ਕੀ ਬਿਆਨ ਕਰਨਾ ਹੈ ਨੀਤੀਆਂ ਨੂੰ ਕੌਮ ਦੀਆਂ, ਇਹ ਅਨਪੜ੍ਹ ਸਾਧ ਕੌਮ ਨੂੰ ਕੀ ਚੇਤਨਤਾ ਦੇਵੇਗਾ, ਇਹਨੂੰ ਬਣਾਉਣ ਦੀ ਇੱਥੇ ਕੀ ਲੋੜ ਹੈ। ਸ਼ਾਇਦ ਉਹਨਾਂ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਪੰਥ ਦੀ ਨੁਮਾਇੰਦਾ ਜਮਾਤ ਦੇ ਮੰਚ ਦੇ ਉੱਪਰੋਂ ਜਿਸ ਨੂੰ ਇਹ ਕਹਿ ਕੇ ਨਕਾਰਿਆ ਜਾ ਰਿਹਾ ਹੈ ਕਿ ਇਹ ਅਨਪੜ੍ਹ ਸਾਧ ਕੌਮ ਦੀਆਂ ਨੀਤੀਆਂ ਦੇ ਬਾਰੇ ਕੀ ਜਾਣਦਾ ਹੈ, ਉਹ ਸ਼ਖਸੀਅਤ ਇਸ ਰੂਪ ਦੇ ਵਿੱਚ ਉੱਭਰੇਗੀ ਕਿ ਮੈਂ ਹਿੰਦੁਸਤਾਨ ਦੀ ਰਾਸ਼ਟਰੀ ਰਾਜਨੀਤੀ ਦੀ ਗੱਲ ਨਾ ਕਰਾਂ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੀ ਜੇਕਰ ਹਿੰਦੁਸਤਾਨ ਦੇ ਰਾਜਨੀਤਿਕ, ਧਾਰਮਿਕ ਔਰ ਕਿਸੇ ਵੀ ਖੇਤਰ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਦੁਨੀਆ ਦੀ ਕੋਈ ਐਸੀ ਕਿਤਾਬ ਨਹੀਂ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਦਾ ਜ਼ਿਕਰ ਨਾ ਆਉਂਦਾ ਹੋਵੇ। ਕਿ ਜਿਹੜੀ 20ਵੀਂ ਸਦੀ ਦੀ ਰਾਜਨੀਤੀ ਹੈ ਅੰਤਰਰਾਸ਼ਟਰੀ ਪੱਧਰ ਦੀ, ਉਹਦੇ ਵਿੱਚ ਵੀ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ। ਤੇ ਜਿਹੜੀ ਹਿੰਦੁਸਤਾਨ ਦੀ ਰਾਜਨੀਤੀ ਹੈ, ਉਹ ਚਾਹੇ ਅਡਵਾਨੀ ਵਰਗਾ ਕਿਤਾਬ ਵੀ ਲਿਖੇ ਨਾ, ਮਾਈ ਕੰਟਰੀ ਮਾਈ ਲਾਈਫ, ਤੇ ਉਹ ਆਪਣੀ ਉਸੇ ਸੁਰਤ ਦੇ ਵਿੱਚੋਂ ਸੰਤ ਜਰਨੈਲ ਸਿੰਘ ਦੇ ਉੱਪਰ ਨਫ਼ਰਤ ਭਰੇ ਸ਼ਬਦ ਵੀ ਵਰਤਦਾ ਹੈ ਕਿ ਮਹਿਖਾਸੁਰ, ਇੱਕ ਦੈਂਤ ਦਾ ਰੂਪ। ਪਰ ਇਸ ਗੱਲ ਨੂੰ ਸਵੀਕਾਰਨਾ ਪਵੇਗਾ ਕਿ ਹਿੰਦੁਸਤਾਨ ਦੇ ਰਾਜਨੀਤਿਕ ਮੰਚ ਦੇ ਉੱਪਰ ਜਿਹੜੀ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਹੈ, ਉਸ ਦੇ ਦੁਸ਼ਮਣ ਵੀ ਮਨਫੀ ਕਰਕੇ ਉਸ ਤੋਂ ਅੱਗੇ ਨਹੀਂ ਚੱਲ ਸਕਦੇ। ਹੁਣ ਇਸ ਵਰਤਾਰੇ ਨੂੰ ਜੇਕਰ ਤੁਸੀਂ ਇਤਿਹਾਸਕ ਵਾਰਤਾਲਾਪ 'ਚ ਵੇਖਣਾ ਹੈ, ਅਹਿਮਦ ਸ਼ਾਹ ਅਬਦਾਲੀ ਵੀ ਸਿੱਖਾਂ ਦਾ ਦੁਸ਼ਮਣ ਹੈ। ਉਸਨੇ ਵੀ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ, ਹਰਿਮੰਦਰ ਸਾਹਿਬ ਨੂੰ ਢਾਇਆ ਹੈ। ਪਰ ਜਿਹੜੀ ਸਿੱਖਾਂ ਦਾ ਉਸ ਸਮੇਂ ਸ਼ਾਹੀ ਜ਼ਲਾਲ ਹੈ, ਉਹ ਉਸਦੇ ਜਿਹੜੇ ਜੰਗੀ ਨਾਮਾ ਨਗਾਰ ਨੇ, ਉਹਨਾਂ ਦੀ ਲਿਖਤ ਦੇ ਵਿੱਚੋਂ ਵੀ ਮਨਫੀ ਨਹੀਂ ਹੋ ਸਕਿਆ। ਕਾਜ਼ੀ ਨੂਰ ਮੁਹੰਮਦ ਨੇ ਸਿੱਖਾਂ ਨੂੰ ਕੁੱਤੇ ਲਿਖਿਆ ਔਰ ਸਾਰੇ ਜੰਗਨਾਮੇ ਦੇ ਵਿੱਚ ਸਿੱਖਾਂ ਨੂੰ ਕੁੱਤੇ ਲਿਖਣ ਤੋਂ ਬਾਅਦ ਅਖੀਰ ਦੇ ਉੱਪਰ ਉਹਨੂੰ ਇਹ ਗੱਲ ਕਹਿਣੀ ਪਈ, ਤਾਰੀਫੇ ਸਗਾ, ਕੁੱਤਿਆਂ ਦੀ ਤਾਰੀਫ। ਔਰ ਉਹਨੂੰ ਇਹ ਸ਼ਾਇਰ ਕਹਿਣੇ ਪਏ ਕਿ ਸਗਾ ਰਾ ਮਗੋ ਸਕ ਕੇ ਹਸਤੰਦ ਸ਼ੇਰ ਬਾ ਮਾਤਾ ਨੇ ਮਰਦਾ ਚੁ ਸ਼ੇਲਾ ਦਲੇਰ ਕਿ ਜਨਗਰ ਜਵਾਂ ਅਸਤ ਵਾਂ ਅਸਤ ਪੀਰ ਬਗੋ ਸੰਗ ਬੁੜੀਆ ਬਰੋ ਗੋਸ਼ਾਗੀਰ। ਕਿ ਬੇਸ਼ੱਕ ਮਜ਼ਹਬੀ ਜਨੂਨ ਦੇ ਵਿੱਚ ਮੈਂ ਇਹਨਾਂ ਨੂੰ ਕੁੱਤੇ ਆਖਦਾ ਹਾਂ, ਪਰ ਅਸਲੀਅਤ ਇਹ ਹੈ ਕਿ ਇਹ ਮੈਦਾਨੇ ਜੰਗ ਦੇ ਵਿੱਚ ਸ਼ੇਰਾਂ ਤੋਂ ਵੀ ਕਿਤੇ ਵੱਧ ਦਲੇਰ ਨੇ। ਹੁਣ ਇਹ ਵੇਖੋ, ਹੈ ਸਾਡਾ ਦੁਸ਼ਮਣ, ਪਰ ਦੁਸ਼ਮਣ ਦਾ ਜਿਹੜਾ ਜੰਗੀ ਨਾਮਾ ਨਗਾਰ ਕਲਾਤ ਦਾ ਰਹਿਣ ਵਾਲਾ ਕਾਜ਼ੀ ਨੂਰ ਮੁਹੰਮਦ ਹੈ, ਉਹ ਵੀ ਜਿਹੜੀ ਸਿੱਖਾਂ ਦੇ ਆਗੂਆਂ ਦੀ, ਭਾਵੇਂ ਕਿ ਉਹ ਬੜੇ ਨਫ਼ਰਤ ਵਾਲੇ ਸ਼ਬਦ ਵਰਤਦਾ ਹੈ, ਚੜਤੂ ਚੜ ਸਿੰਘ ਦੇ ਬਾਰੇ, ਆਲਾ ਸਿੰਘ ਦੇ ਬਾਰੇ ਆਲਾ ਜੱਟ, ਜੱਸਾ ਸਿੰਘ ਰਾਮਗੜੀਆ ਦੇ ਬਾਰੇ ਜੱਸਾ ਠੋਕਾ, ਜੱਸਾ ਸਿੰਘ ਆਲੂ ਵਾਲੀਆ ਦੇ ਬਾਰੇ ਜੱਸਾ ਕਲਾਲ, ਜਿੰਨੀ ਨਫ਼ਰਤ ਉਹ ਸਾਡੇ ਸਿੱਖ ਨਾਇਕਾਂ ਦੇ ਪ੍ਰਤੀ ਪੈਦਾ ਕਰ ਸਕਦਾ ਹੈ, ਉਹ ਆਪਣੇ ਮਦਰਸੇ ਦੇ ਵਿੱਚ ਆਪਣੇ ਵਿਦਿਆਰਥੀਆਂ ਦੇ ਵਿੱਚ ਪੈਦਾ ਕਰਦਾ ਹੈ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ 18ਵੀਂ ਸਦੀ ਦੇ ਇਸਲਾਮਿਕ ਲੇਖਕਾਂ ਦੇ ਇਤਿਹਾਸ ਦੇ ਵਿੱਚੋਂ ਵੀ ਸਿੱਖ ਜਰਨੈਲਾਂ ਦੀ ਜਿਹੜੀ ਭੂਮਿਕਾ ਉਸ ਨੂੰ ਮਨਫੀ ਕਰਕੇ ਅੱਗੇ ਲੰਘਿਆ ਜਾ ਸਕੇ। ਬਿਲਕੁਲ ਇਵੇਂ ਦਾ ਵਰਤਾਰਾ ਜਿਹੜਾ ਅੱਜ ਦੀ ਸਦੀ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਭੂਮਿਕਾ ਹੈ ਕਿ ਹਿੰਦੁਸਤਾਨ ਦੀ, ਮੈਂ ਫਿਰ ਗੱਲ ਕਰ ਦਵਾਂ ਕਿ ਹਿੰਦੁਸਤਾਨ ਦੀ ਰਾਜਨੀਤੀ ਨੂੰ ਛੱਡ ਦਿਓ, ਅੰਤਰਰਾਸ਼ਟਰੀ ਪੱਧਰ ਦੇ ਉੱਪਰ, ਪਿੱਛੇ ਜੇ ਮੈਂ 에ਅਰਪੋਰਟ ਦੇ ਉੱਪਰ ਇੱਕ ਕਿਤਾਬ ਖਰੀਦੀ, ਹੌਲੀ ਵਾਰੀਅਰ,
ਤੇ ਉਹਦਾ 5ਵਾਂ 6ਵਾਂ ਚੈਪਟਰ ਸੰਤ ਜਰਨੈਲ ਸਿੰਘ ਦੇ ਉੱਪਰ ਸੀ ਤੇ ਲਿਖਣ ਵਾਲੀ ਵਿਦੇਸ਼ ਦੀ ਲੇਖਕ ਕੋਈ। ਸੋ ਇਹਦਾ ਮਤਲਬ ਕਿ ਚਾਹੇ ਇਸ ਵਰਤਾਰੇ ਨੂੰ, ਹਿੰਦੁਸਤਾਨ ਦੀ ਰਾਜਨੀਤੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵਿਚਾਰਿਆ ਜਾਂਦਾ ਹੈ ਜਾਂ ਰਾਸ਼ਟਰੀ ਪੱਧਰ ਦੇ ਉੱਪਰ ਵਿਚਾਰਿਆ ਜਾਂਦਾ ਹੈ, ਸੰਤ ਜਰਨੈਲ ਸਿੰਘ ਨੇ ਇਸ ਰਾਜਨੀਤਿਕ ਖੇਤਰ ਦੇ ਵਿੱਚ ਇੱਕ ਐਸੀ ਛਾਪ ਛੱਡੀ ਹੈ ਕਿ ਜਿਸ ਨੂੰ ਇਤਿਹਾਸ ਦੇ ਵਿੱਚੋਂ, ਖਾਸ ਕਰਕੇ 20ਵੀਂ ਸਦੀ ਦੇ ਇਤਿਹਾਸ ਦੇ ਵਿੱਚੋਂ ਤੁਸੀਂ ਮਨਫੀ ਕਰਕੇ ਨਹੀਂ ਵੇਖ ਸਕਦੇ।